किसान मजदूर संघर्ष कमेटी ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਨੇ ਤਾਲਮੇਲ ਕਰਕੇ ਸੰਘਰਸ਼ ਦਾ ਐਲਾਨ ਕੀਤਾ ਹੈ। ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ 24 ਜੁਲਾਈ ਨੂੰ ਪੰਜਾਬ ਭਰ ਦੇ ਡੀਸੀ ਦਫ਼ਤਰਾਂ ਦੇ ਮੂਹਰੇ ਅਤੇ ਮੰਗਾਂ ਦੀ ਸੁਣਵਾਈ ਨਾ ਹੋਣ ਦੀ ਸੂਰਤ ਵਿੱਚ 25 ਜੁਲਾਈ ਨੂੰ ਰੇਲਾਂ ਦੀਆਂ ਪਟੜੀਆਂ ਤੇ ਮੋਰਚੇ ਲੱਗਣਗੇ। ਤਿਆਰੀਆਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਅਤੇ 4 ਜ਼ੋਨਾਂ ਤੋਂ ਬੀਬੀਆਂ ਦੇ ਇਕੱਠ ਨੇ ਜਿਹੜੇ ਉਹ ਵੀ ਇਹਨਾਂ ਮੋਰਚਿਆਂ ਤੇ ਕੀਤੇ ਜਾਣਗੇ। ਦਿੱਲੀ ਦੀ ਅਦਾਲਤ ਨੇ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਮਹਿਲਾ ਪਹਿਲਵਾਨਾਂ ਦੇ ਜਿਣਸੀ ਸ਼ੋਸ਼ਣ ਦੇ ਮਾਮਲੇ ਦੇ ਵਿੱਚ ਜ਼ਮਾਨਤ ਦੇ ਦਿੱਤੀ ਹੈ। ਰੋਜ਼ ਐਵੇਨਿਊ ਅਦਾਲਤ ਤੇ ਜੱਜ ਹਰਜੀਤ ਸਿੰਘ ਜਸਪਾਲ ਦੀ ਅਦਾਲਤ ਨੇ ਕੁਝ ਸ਼ਰਤਾਂ ਦੇ ਨਾਲ ਭੂਸ਼ਣ ਨੂੰ ਜ਼ਮਾਨਤ ਦਿੱਤੀ ਹੈ। 25,000 ਦਾ ਮੁਚਲਕਾ ਭਰਨ ਦੇ ਲਈ ਕਿਹਾ ਗਿਆ। 28 ਜੁਲਾਈ ਨੂੰ ਅਗਲੀ ਸੁਣਵਾਈ ਹੋਵੇਗੀ। ਅਦਾਲਤ ਨੇ ਕਿਹਾ ਕਿ ਮੁਲਜ਼ਮ ਸ਼ਿਕਾਇਤਕਰਤਾ ਜਾਂ ਗਵਾਹਾਂ ਦੇ ਨਾਲ ਸਿੱਧੇ ਜਾਂ ਅਸਿੱਧੇ ਤੌਰ ਤੇ ਸੰਪਰਕ ਨਹੀਂ ਕਰੇਗਾ। ਅਦਾਲਤ ਦੀ ਆਗਿਆ ਤੋਂ ਬਿਨਾਂ ਮੁਲਕ ਨਹੀਂ ਛੱਡੇਗਾ। ਪੰਜਾਬ ਦੀ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੇ ਵਿੱਚ ਚੁਣੇ ਗਏ ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਨੇ ਸਦਨ ਦੇ ਮੈਂਬਰ ਵਜੋਂ ਸਹੁੰ ਚੁੱਕੀ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਦਨ ਦੇ ਪਹਿਲੇ ਦਿਨ ਕਾਰਵਾਈ ਸ਼ੁਰੂ ਕਰਨ ਦੀ ਹਦਾਇਤ ਤੋਂ ਬਾਅਦ ਮੌਨਸੂਨ ਸੈਸ਼ਨ ਦੇ ਵਿੱਚ ਰਿੰਕੂ ਨੂੰ ਸਹੁੰ ਚੁਕਵਾਈ ਤੇ ਰਿੰਕੂ ਨੇ ਪੰਜਾਬੀ ਭਾਸ਼ਾ ਦੇ ਵਿੱਚ ਸਹੁੰ ਚੁੱਕੀ। ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਵਿੱਚ ਕੌਮੀ ਸ਼ਾਹਰਾਹ ਤੇ ਥਲ ਸੈਨਾ ਦੇ ਟਰੱਕ ਤੇ ਰੁੱਖ ਡਿੱਗਣ ਕਾਰਨ 2 ਜਵਾਨ ਜ਼ਖਮੀ ਹੋ ਗਏ। ਇਹ ਟਰੱਕ ਫੌਜ ਦੇ ਕਾਫਲੇ ਦਾ ਹਿੱਸਾ ਸੀ। ਦੋਵੇਂ ਜ਼ਖਮੀ ਜਵਾਨ ਇਲਾਜ ਦੇ ਲਈ ਹਸਪਤਾਲ ਦਾਖਲ ਨੇ। ਮਣੀਪੁਰ ਦੇ ਵਿੱਚ ਹਿੰਸਾ ਅਤੇ ਉੱਥੋਂ ਦੀਆਂ ਔਰਤਾਂ ਦੇ ਜਿਣਸੀ ਸ਼ੋਸ਼ਣ ਦੀ ਘਟਨਾ ਨੂੰ ਲੈ ਕੇ ਭਾਰੀ ਹੰਗਾਮੇ ਤੋਂ ਬਾਅਦ ਸੰਸਦ ਦੇ ਦੋਵੇਂ ਸਦਨਾਂ ਨੂੰ ਕੱਲ ਤੱਕ ਦੇ ਲਈ ਮੁਲਤਵੀ ਕਰ ਦਿੱਤਾ ਗਿਆ। ਮੌਨਸੂਨ ਸੈਸ਼ਨ ਦਾ ਅੱਜ ਪਹਿਲਾ ਦਿਨ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਮਹੀਨਿਆਂ ਬਾਅਦ ਪਹਿਲੀ ਵਾਰੀ ਮਣੀਪੁਰ ਹਿੰਸਾ ਤੇ ਬਿਆਨ ਦਿੱਤਾ। ਸੰਸਦ ਦੇ ਬਾਹਰ ਪ੍ਰਧਾਨ ਮੰਤਰੀ ਨੇ ਘਟਨਾ ਤੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਏਗਾ। ਇਸ ਘਟਨਾ ਨੂੰ ਪੂਰੇ ਦੇਸ਼ ਦਾ ਅਪਮਾਨ ਦੱਸਿਆ। ਅੱਜ ਜਿਵੇਂ ਹੀ ਸੰਸਦ ਦਾ ਮੌਨਸੂਨ ਸੈਸ਼ਨ ਸ਼ੁਰੂ ਹੋਇਆ, ਵਿਰੋਧੀ ਧਿਰ ਨੇ ਮਣੀਪੁਰ ਦੇ ਮੁੱਦੇ ਤੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਰਾਜ ਸਭਾ 'ਚ ਕਿਹਾ ਕਿ ਮਣੀਪੁਰ ਸੜ ਰਿਹਾ ਹੈ, ਔਰਤਾਂ ਨਾਲ ਬਲਾਤਕਾਰ ਹੋ ਰਹੇ ਨੇ, ਉਹਨਾਂ ਦੀ ਨੰਗੀ ਪਰੇਡ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਚੁੱਪਚਾਪ ਬੈਠੇ ਨੇ ਤੇ ਬਾਹਰ ਬਿਆਨ ਦੇ ਰਹੇ ਨੇ। ਭਾਰੀ ਹੰਗਾਮੇ ਦਰਮਿਆਨ ਰਾਜ ਸਭਾ ਨੂੰ ਵੀ ਕੱਲ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਲਾਦ ਜੋਸ਼ੀ ਨੇ ਸਦਨ 'ਚ ਕਿਹਾ ਕਿ ਅਸੀਂ ਸਪਸ਼ਟ ਕਰ ਦਿੱਤਾ ਹੈ ਕਿ ਦੋਵੇਂ ਸਦਨਾਂ ਦੇ ਵਿੱਚ ਮਣੀਪੁਰ ਤੇ ਬਹਿਸ ਕਰਵਾਉਣ ਦੇ ਲਈ ਅਸੀਂ ਤਿਆਰ ਹਾਂ। ਮਣੀਪੁਰ ਇੱਕ ਸੰਵੇਦਨਸ਼ੀਲ ਮਾਮਲਾ ਹੈ। ਗ੍ਰਹਿ ਮੰਤਰੀ ਬਹਿਸ ਦੌਰਾਨ ਵਿਸਥਾਰਪੂਰਵਕ ਜਵਾਬ ਦੇਣਗੇ। ਸਪੀਕਰ ਨੂੰ ਇਸ ਮੁੱਦੇ ਤੇ ਬਹਿਸ ਲਈ ਤਰੀਕ ਤੈਅ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਸੰਸਦ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਅੱਜ ਇੰਡੀਆ ਨੇ ਕਈ ਮਸਲਿਆਂ ਤੇ ਚਰਚਾ ਕੀਤੀ, ਯਾਨੀ ਕਿ ਜਿਹੜਾ ਨਵਾਂ ਗੱਠਜੋੜ ਬਣਿਆ ਹੈ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਇੰਡੀਆ, ਇਸ ਦੇ ਸਾਰੇ ਲੀਡਰਾਂ ਨੇ ਮੀਟਿੰਗ ਕੀਤੀ। ਰਾਜ ਸਭਾ 'ਚ ਵਿਰੋਧੀ ਧਿਰ ਦੇ ਲੀਡਰ ਮਲਿਕਾਰਜੁਨ ਖੜਗੇ ਦੇ ਸੰਸਦ ਭਵਨ ਦੇ ਚੈਂਬਰ ਦੇ ਵਿੱਚ ਵਿਰੋਧੀ ਗੱਠਜੋੜ ਦੀ ਹੋਈ ਬੈਠਕ 'ਚ ਮਣੀਪੁਰ ਦੇ ਮੁੱਦੇ ਸਮੇਤ ਕਈ ਮੁੱਦਿਆਂ ਤੇ ਸਰਕਾਰ ਨੂੰ ਘੇਰਨ ਦੀ ਰਣਨੀਤੀ ਤੇ ਚਰਚਾ ਕੀਤੀ ਗਈ। ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਤੋਂ ਸੇਵਾਵਾਂ ਦਾ ਕੰਟਰੋਲ ਖੋਹਣ ਵਾਲੇ ਕੇਂਦਰ ਦੇ ਤਾਜ਼ਾ ਆਰਡੀਨੈਂਸ ਦੇ ਵਿਰੁੱਧ ਸੂਬਾ ਸਰਕਾਰ ਦੀ ਪਟੀਸ਼ਨ ਨੂੰ ਸੰਵਿਧਾਨਿਕ ਬੈਂਚ ਦੇ ਕੋਲ ਭੇਜ ਦਿੱਤਾ ਹੈ। ਚੀਫ ਜਸਟਿਸ ਡੀ.ਵਾਈ. ਚੰਦਰਚੂੜ, ਜਸਟਿਸ ਪੀ.ਐਸ. ਜਸਟਿਸ ਨਰਸਿਮਹਾ ਅਤੇ ਮਨੋਜ ਮਿਸ਼ਰਾ ਦੇ ਬੈਂਚ ਨੇ ਕਿਹਾ ਕਿ ਇਸ ਮਾਮਲੇ ਨੂੰ ਵੱਡੇ ਬੈਂਚ ਦੇ ਹਵਾਲੇ ਕਰਨ ਦਾ ਵਿਸਤ੍ਰਿਤ ਹੁਕਮ ਹੈ ਜਿਹੜਾ ਉਹ ਰਾਤ ਤੱਕ ਸੁਪਰੀਮ ਕੋਰਟ ਦੀ ਵੈਬਸਾਈਟ ਤੇ ਅਪਲੋਡ ਹੋ ਜਾਏਗਾ। ਕਰਨਾਟਕਾ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ। ਇੱਥੇ ਬੀਜੇਪੀ ਦੇ 10 ਵਿਧਾਇਕ ਸਦਨ 'ਚੋਂ ਮੁਅੱਤਲ ਕਰ ਦਿੱਤੇ ਗਏ ਨੇ। ਬਿੱਲਾਂ ਤੇ ਏਜੰਡੇ ਦੀਆਂ ਕਾਪੀਆਂ ਫਾੜ ਕੇ ਸਪੀਕਰ ਵੱਲ ਉਛਾਲਣ ਤੇ ਇਹ ਕਾਰਵਾਈ ਕੀਤੀ ਗਈ ਹੈ। 10 ਵਿਧਾਇਕ ਨੂੰ ਸੈਸ਼ਨ ਦੇ ਬਾਕੀ ਰਹਿੰਦੇ ਸਮੇਂ ਦੇ ਲਈ ਮੁਅੱਤਲ ਕੀਤਾ ਗਿਆ ਹੈ। ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਦੇ ਵਿੱਚ ਕੱਲ ਦੇਰ ਰਾਤ ਤੇਜ਼ ਰਫ਼ਤਾਰ ਕਾਰ ਹਾਦਸੇ ਵਾਲੀ ਥਾਂ ਦੇ ਉੱਤੇ ਖੜੇ ਲੋਕਾਂ ਦੇ ਉੱਤੇ ਚੜ੍ਹ ਗਈ, ਜਿਸ ਨਾਲ 9 ਜਣਿਆਂ ਦੀ ਮੌਤ ਹੋ ਗਈ, 10 ਜ਼ਖਮੀ ਹੋ ਗਏ। ਦਰਅਸਲ ਸ਼ਹਿਰ ਦੇ ਸੈਟੇਲਾਈਟ ਇਲਾਕੇ ਦੇ ਵਿੱਚ ਸਰਖੇਜ਼ ਗਾਂਧੀ ਨਗਰ ਹਾਈਵੇ ਤੇ ਸਥਿਤ ਇਸਕੌਨ ਪੁਲ ਤੇ 2 ਵਾਹਨਾਂ ਦੀ ਟੱਕਰ ਤੋਂ ਬਾਅਦ ਇੱਥੇ ਲੋਕ ਇਕੱਠੇ ਹੋਏ ਖੜੇ ਸੀ। ਰਾਤ ਨੂੰ ਕਰੀਬ 1 ਵਜੇ ਤੇਜ਼ ਰਫ਼ਤਾਰ ਲਗਜ਼ਰੀ ਜੈਗੁਆਰ ਕਾਰ ਭੀੜ ਦੇ ਉੱਤੇ ਚੜ੍ਹ ਗਈ। 2 ਵਾਹਨਾਂ ਦੀ ਟੱਕਰ ਤੋਂ ਬਾਅਦ ਮੌਕੇ ਤੇ ਪਹੁੰਚੇ ਕਾਂਸਟੇਬਲ ਤੇ ਹੋਮਗਾਰਡ ਵੀ ਇਸ ਭੀੜ ਦੇ ਵਿੱਚ ਸ਼ਾਮਲ ਸਨ, ਜਿਹੜੇ ਜੈਗੁਆਰ ਦੀ ਟੱਕਰ ਵਿੱਚ ਮਾਰੇ ਗਏ। ਇਹ ਵੀ ਪਤਾ ਲੱਗਿਆ ਕਿ ਹਾਦਸੇ ਵਾਲੀ ਥਾਂ ਤੇ ਖੜੇ ਲੋਕਾਂ ਨੇ ਫਿਰ ਕਾਰ ਚਾਲਕ ਦੀ ਕੁੱਟਮਾਰ ਵੀ ਕੀਤੀ। ਇਸ ਦੀ ਵੀਡੀਓ ਪੁਲ ਦੇ ਹੇਠਾਂ ਖੜੇ ਵਿਅਕਤੀ ਨੇ ਬਣਾਈ। ਪਹਿਲੀ ਵਾਰੀ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨੀ ਨਾਗਰਿਕ ਸੀਮਾ ਹੈਦਰ ਦੇ ਮਾਮਲੇ ਤੇ ਪ੍ਰਤੀਕਿਰਿਆ ਦਿੱਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਅਸੀਂ ਇਸ ਮਾਮਲੇ ਤੋਂ ਜਾਣੂ ਹਾਂ। ਸੀਮਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਹੁਣ ਜ਼ਮਾਨਤ ਤੇ ਬਾਹਰ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ। ਜੇ ਕੋਈ ਨਵੀਂ ਜਾਣਕਾਰੀ ਆਉਂਦੀ ਹੈ ਤਾਂ ਅਸੀਂ ਤੁਹਾਨੂੰ ਦੱਸਾਂਗੇ। ਹੁਣ ਤੱਕ ਸਾਨੂੰ ਇਹੀ ਪਤਾ ਹੈ। ਵਿਦੇਸ਼ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਸਵੀਡਨ ਤੇ ਨਜ਼ਰ ਮਾਰਾਂਗੇ। ਕੁਝ ਸਮਾਂ ਪਹਿਲਾਂ ਸਵੀਡਨ ਦੇ ਵਿੱਚ ਇਰਾਕੀ ਮੂਲ ਦੇ ਇੱਕ ਵਿਅਕਤੀ ਨੇ ਕੁਰਾਨ ਨੂੰ ਫਾੜ ਦਿੱਤਾ ਸੀ। ਇਸ ਵਿਅਕਤੀ ਨੇ ਫਿਰ ਕੁਰਾਨ ਨੂੰ ਦੁਬਾਰਾ ਸਾੜਨ ਦੀ ਧਮਕੀ ਦਿੱਤੀ। ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਕੁਰਾਨ ਨੂੰ ਦੁਬਾਰਾ ਸਾੜਨ ਦੇ ਡਰ ਵਿਚਾਲੇ ਇਰਾਕ ਦੇ ਵਿੱਚ ਸਵੀਡਿਸ਼ ਦੂਤਾਵਾਸ ਤੇ ਹਮਲਾ ਕਰ ਦਿੱਤਾ। ਦੂਤਾਵਾਸ ਦੇ ਸਾਰੇ ਕਰਮਚਾਰੀ ਸੁਰੱਖਿਅਤ ਨੇ। ਸਵੀਡਨ ਦੇ
ਵਿਦੇਸ਼ ਮੰਤਰਾਲੇ ਨੇ ਹਮਲੇ ਦੀ ਨਿੰਦਿਆ ਕੀਤੀ ਹੈ। ਇਸ ਤੋਂ ਪਹਿਲਾਂ 29 ਜੂਨ ਨੂੰ ਬਗਦਾਦ ਦੇ ਵਿੱਚ ਸਵੀਡਿਸ਼ ਦੂਤਾਵਾਸ ਤੇ ਪ੍ਰਦਰਸ਼ਨਕਾਰੀਆਂ ਨੇ ਹਮਲਾ ਕੀਤਾ ਸੀ। ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਬਾਹਰਵਾਰ ਇੱਕ ਉਸਾਰੀ ਅਧੀਨ ਪੁਲ ਦੇ ਨੇੜੇ ਕੰਧ ਡਿੱਗਣ ਕਾਰਨ 11 ਜਣਿਆਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਜਦੋਂ ਕੰਧ ਡਿੱਗੀ ਉਸ ਵੇਲੇ ਵਰਕਰ ਉਸਾਰੀ ਵਾਲੀ ਥਾਂ ਨੇੜੇ ਆਪਣੇ ਟੈਂਟਾਂ ਦੇ ਵਿੱਚ ਬੈਠੇ ਸਨ ਤੇ ਕੰਧ ਮੌਨਸੂਨ ਦੇ ਮੀਂਹ ਨਾਲ ਢਹਿ ਢੇਰੀ ਹੋਈ ਹੈ। ਰੂਸ ਦੇ ਵੱਲੋਂ ਰਾਤ ਨੂੰ ਕੀਤੇ ਹਵਾਈ ਹਮਲਿਆਂ ਦੇ ਵਿੱਚ ਯੂਕਰੇਨ ਦੀ ਇੱਕ ਬੰਦਰਗਾਹ ਨੂੰ ਕਾਫੀ ਨੁਕਸਾਨ ਪਹੁੰਚਿਆ। ਰੂਸ ਨੇ ਮਿਜ਼ਾਈਲਾਂ ਤੇ ਡਰੋਨਾਂ ਨਾਲ ਹਮਲੇ ਕੀਤੇ। ਇਸ ਨਾਲ ਓਡੇਸਾ ਬੰਦਰਗਾਹ ਤੇ ਅਨਾਜ ਦੇ ਤੇਲ ਦੇ ਟਰਮੀਨਲ ਨੁਕਸਾਨੇ ਗਏ। ਹਮਲਿਆਂ ਦੇ ਵਿੱਚ ਕਰੀਬ 12 ਜਣੇ ਫੱਟੜ ਹੋਏ ਨੇ। ਅਮਰੀਕਾ ਦੀ ਹਿਊਸਟਨ ਯੂਨੀਵਰਸਿਟੀ ਦੇ ਵਿੱਚ ਪੜ੍ਹ ਰਹੀ ਭਾਰਤੀ ਮੂਲ ਦੀ ਵਿਦਿਆਰਥਣ ਤੇ ਅਸਮਾਨੀ ਬਿਜਲੀ ਡਿੱਗਣ ਦੀ ਘਟਨਾ ਵਾਪਰੀ ਹੈ, ਜਿਸ ਕਾਰਨ ਉਸਦੇ ਦਿਮਾਗ ਨੂੰ ਨੁਕਸਾਨ ਪਹੁੰਚਿਆ। ਹਸਪਤਾਲ ਤੇ ਇਲਾਜ ਚੱਲ ਰਿਹਾ ਹੈ। ਸੁਸਰੂਨਿਆ ਕੋਡਰੂ ਸੂਚਨਾ ਟੈਕਨੋਲੋਜੀ ਦੀ ਇੱਥੇ ਪੜ੍ਹਾਈ ਕਰਦੀ ਹੈ। 2 ਜੁਲਾਈ ਨੂੰ ਉਹ ਸਾਨ ਜੈਕਿੰਟੋ ਮੈਮੋਰੀਅਲ ਪਾਰਕ ਦੇ ਵਿੱਚ ਤਲਾਅ ਦੇ ਕੰਢੇ ਦੋਸਤਾਂ ਦੇ ਨਾਲ ਸੈਰ ਕਰ ਰਹੀ ਸੀ। ਉਸ ਵਕਤ ਉਹਦੇ ਉੱਤੇ ਬਿਜਲੀ ਡਿੱਗ ਗਈ। ਕੋਡਰੂ ਦੇ ਚਚੇਰੇ ਭਰਾ ਸੁਰਿੰਦਰ ਕੁਮਾਰ ਕੋਠਾ ਨੇ ਦੱਸਿਆ ਕਿ ਬਿਜਲੀ ਜਦੋਂ ਡਿੱਗੀ ਤਾਂ ਉਹ ਤਲਾਅ ਦੇ ਵਿੱਚ ਡਿੱਗ ਪਈ। ਇਸ ਤੋਂ ਬਾਅਦ ਉਸਨੂੰ ਦਿਲ ਦਾ ਦੌਰਾ ਵੀ ਪਿਆ ਤੇ ਉਹਦੇ ਦਿਮਾਗ ਤੇ ਅਸਰ ਪਿਆ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਮੁੜ ਆਪਣੀਆਂ ਉਹਨਾਂ ਵਿਵਾਦਿਤ ਟਿੱਪਣੀਆਂ ਦੀ ਮਾਫੀ ਮੰਗੀ ਹੈ, ਜਿਸ ਵਿੱਚ ਉਹਨਾਂ ਨੇ ਇੱਕ ਮਹਿਲਾ ਜੱਜ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਸੀ। ਇਮਰਾਨ ਖਾਨ ਨੇ ਕਿਹਾ ਕਿ ਜੇਕਰ ਉਹਨਾਂ ਹੱਦ ਪਾਰ ਕੀਤੀ ਤਾਂ ਉਹ ਮਾਫੀ ਮੰਗਦੇ ਨੇ। ਦਰਅਸਲ ਅਪ੍ਰੈਲ 2023 ਦੇ ਵਿੱਚ ਇਮਰਾਨ ਨੇ ਸੱਤਾ ਤੋਂ ਬਾਹਰ ਹੋਣ ਤੋਂ ਬਾਅਦ ਇੱਕ ਤਿੱਖੇ ਭਾਸ਼ਣ ਦੇ ਵਿੱਚ ਇਸਲਾਮਾਬਾਦ ਦੇ ਚੋਟੀ ਦੇ ਪੁਲਿਸ ਅਧਿਕਾਰੀਆਂ ਤੇ ਜੱਜ ਜ਼ੇਬਾ ਚੌਧਰੀ ਬਾਰੇ ਟਿੱਪਣੀਆਂ ਕੀਤੀਆਂ ਸਨ। ਤਿੱਖੇ ਰੂਪ ਦੇ ਵਿੱਚ ਉਸ ਨੂੰ ਧਮਕੀ ਮੰਨਿਆ ਗਿਆ ਸੀ। ਸਿੰਗਾਪੁਰ ਦੀ ਸਭ ਤੋਂ ਵੱਡੀ ਵਿਰੋਧੀ ਧਿਰ ਦੇ ਭਾਰਤੀ ਮੂਲ ਦੇ ਸੰਸਦ ਮੈਂਬਰ ਲਿਓਨ ਪਰੇਰਾ ਨੇ ਆਪਣੀ ਹੀ ਪਾਰਟੀ ਦੇ ਸੰਸਦ ਮੈਂਬਰ ਨਿਕੋਲ ਸੀ ਦੇ ਨਾਲ ਨਜਾਇਜ਼ ਸੰਬੰਧ ਹੋਣ ਦੇ ਦੋਸ਼ ਲੱਗਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਹੈ। ਲਿਓਨ ਪਰੇਰਾ ਦੀ ਉਮਰ 53 ਸਾਲ ਹੈ, ਜਦਕਿ ਉਹਨਾਂ ਦੀ ਪਾਰਟੀ ਦੀ ਸੰਸਦ ਮੈਂਬਰ ਨਿਕੋਲ ਦੀ ਉਮਰ ਮਹਿਜ਼ 36 ਸਾਲ ਹੈ। ਵਰਕਰਸ ਪਾਰਟੀ ਦੇ ਸਕੱਤਰ ਜਨਰਲ ਪ੍ਰੀਤਮ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਦਿੱਤੀ। 2 ਦਿਨ ਪਹਿਲਾਂ ਸੰਸਦ ਦੇ ਸਪੀਕਰ ਟੈਨ ਚੁਆਨ ਜਿਨ ਅਤੇ ਪੀਪਲਸ ਐਕਸ਼ਨ ਪਾਰਟੀ ਦੀ ਸੰਸਦ ਮੈਂਬਰ ਚੈਂਗ ਲੀ ਹੁਈ ਨੇ ਸਬੰਧਾਂ ਕਾਰਨ ਸੋਮਵਾਰ ਨੂੰ ਅਸਤੀਫਾ ਦੇ ਦਿੱਤਾ ਸੀ। ਪੰਜਾਬ ਦੀਆਂ ਕੁਝ ਹੋਰ ਵੱਡੀਆਂ ਖਬਰਾਂ ਤੇ ਨਜ਼ਰ ਮਾਰ ਲੈਂਦੇ ਹਾਂ। ਬਲਾਤਕਾਰੀ ਤੇ ਕਾਤਲ ਸਾਧ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰੀ ਫੇਰ ਪੈਰੋਲ ਦੇ ਦਿੱਤੀ ਗਈ ਹੈ। 2.5 ਸਾਲਾਂ ਦੇ ਵਿੱਚ ਉਹਨੂੰ 7ਵੀਂ ਵਾਰੀ ਪੈਰੋਲ ਮਿਲੀ ਹੈ। ਐਤਕੀ 30 ਦਿਨਾਂ ਦੀ ਪੈਰੋਲ ਉਸ ਦੀ ਮਨਜ਼ੂਰ ਕੀਤੀ ਗਈ ਹੈ। ਖਬਰਾਂ ਪੜ੍ਹੇ ਜਾਣ ਤੱਕ ਉਸ ਦੀ ਰਿਹਾਈ ਨਹੀਂ ਹੋਈ ਸੀ, ਪਰ ਛੇਤੀ ਹੋ ਸਕਦੀ ਹੈ। ਇਸ ਵਾਰੀ ਵੀ ਰਾਮ ਰਹੀਮ ਯੂਪੀ ਦੇ ਬਾਗਪਤ ਸਥਿਤ ਬਰਨਾਵਾ ਆਸ਼ਰਮ ਦੇ ਵਿੱਚ ਹੀ ਰਹੇਗਾ। ਉਸ ਨੂੰ ਸਿਰਸਾ ਡੇਰੇ ਵਿੱਚ ਜਾਣ ਦੀ ਭਾਵੇਂ ਇਜਾਜ਼ਤ ਨਹੀਂ ਹੈ, ਪਰ ਉਹਦੇ ਬਾਗਪਤ ਆਸ਼ਰਮ ਦੇ ਵਿੱਚ ਵੀ ਸਾਰੀਆਂ ਸੁੱਖ ਸਹੂਲਤਾਂ ਮੌਜੂਦ ਨੇ। ਉੱਥੋਂ ਵੀ ਉਹਨੇ ਜੋ ਕਰਨਾ ਹੈ ਉਹ ਕਰ ਹੀ ਲੈਂਦਾ ਹੈ। ਸਿਰਸਾ ਤੋਂ ਉਹਦੇ ਲਈ ਘੋੜੇ ਤੇ ਗਾਵਾਂ ਉੱਥੇ ਪਹੁੰਚਾਈਆਂ ਜਾ ਚੁੱਕੀਆਂ ਨੇ ਤੇ ਉੱਥੇ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਜਦੋਂ ਵੀ ਪੈਰੋਲ ਤੇ ਉਹ ਬਾਹਰ ਆਉਂਦਾ ਹੈ, ਪਿਛਲੀ 2-3 ਵਾਰੀ ਹੋ ਗਿਆ, ਤਾਂ ਉਹ ਗਾਣੇ ਵੀ ਕੱਢਦਾ ਹੈ। ਉਹਨੇ ਜਿੰਨੀ ਐਸ਼ਪ੍ਰਸਤੀ ਪਹਿਲਾਂ ਕੀਤੀ ਸੀ ਉਸ ਤਰੀਕੇ ਦੀ ਐਸ਼ਪ੍ਰਸਤੀ ਵੀ ਉਹ ਕਰਦਾ ਹੈ ਅਤੇ ਆਪਣੀ ਜਿਹੜੀ ਸੰਗਤ ਹੈਗੀ ਆ, ਆਪਣੇ ਚੇਲੇ ਨੇ, ਉਹਨਾਂ ਦੇ ਨਾਲ ਆਨਲਾਈਨ ਸਤਸੰਗ ਵੀ ਕਰਦਾ ਹੈ। 2021 ਦੇ ਵਿੱਚ ਇਸ ਨੂੰ 3 ਵਾਰੀ, 2022 ਦੇ ਵਿੱਚ ਫਰਵਰੀ ਮਹੀਨੇ ਤੇ ਜੂਨ ਮਹੀਨੇ ਦੇ ਵਿੱਚ ਪੈਰੋਲ ਮਿਲੀ ਸੀ 21 ਦਿਨ ਅਤੇ 1 ਮਹੀਨੇ ਦੀ। ਇਸ ਸਾਲ 21 ਜਨਵਰੀ ਦੇ ਵਿੱਚ 40 ਦਿਨਾਂ ਦੀ ਪੈਰੋਲ ਮਿਲੀ ਸੀ ਤੇ ਹੁਣ ਫੇਰ 30 ਦਿਨਾਂ ਦੀ ਪੈਰੋਲ ਉਸ ਨੂੰ ਮਿਲ ਚੁੱਕੀ ਹੈ। ਇਸ ਵਕਤ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਹੈ। ਸੂਤਰ ਦੱਸਦੇ ਨੇ ਕਿ 15 ਅਗਸਤ ਨੂੰ ਰਾਮ ਰਹੀਮ ਦਾ ਜਨਮ ਦਿਨ ਹੈ। ਡੇਰੇ ਦੇ ਵਿੱਚ 15 ਅਗਸਤ ਨੂੰ ਉਹਦੇ ਚੇਲੇ ਵੱਡਾ ਪ੍ਰੋਗਰਾਮ ਕਰ ਸਕਦੇ ਨੇ। ਰਾਮ ਰਹੀਮ ਨੂੰ ਸਾਧਵੀਆਂ ਦੇ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ 2017 ਦੇ ਵਿੱਚ ਸਜ਼ਾ ਸੁਣਾਈ ਗਈ ਸੀ। ਉਸ ਤੋਂ ਬਾਅਦ ਲਗਾਤਾਰ ਛਤਰਪਤੀ ਪੱਤਰਕਾਰ ਕਤਲ ਕੇਸ ਅਤੇ ਰਣਜੀਤ ਸਿੰਘ ਡਰਾਈਵਰ ਕਤਲ ਕੇਸ ਦੇ ਵਿੱਚ ਵੀ ਸਜ਼ਾ ਸੁਣਾਈ ਗਈ ਹੈ ਤੇ ਸਾਰੀਆਂ ਸਜ਼ਾਵਾਂ ਦੇ ਵਿੱਚ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ। ਵੱਖ-ਵੱਖ ਜਿਹੜੀਆਂ ਸਜ਼ਾਵਾਂ ਉਹ ਕੱਟ ਰਿਹਾ ਹੈ। ਹਾਲੇ ਪਹਿਲੀ ਬਲਾਤਕਾਰ ਦੀ ਸਜ਼ਾ ਉਹ ਚੱਲ ਰਹੀ ਹੈ। ਬਲਾਤਕਾਰੀ ਤੇ ਕਾਤਲ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਰਕਾਰ ਵੱਲੋਂ ਪੈਰੋਲ ਦੇਣ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਖਤ ਇਤਰਾਜ਼ ਪ੍ਰਗਟ ਕੀਤਾ ਹੈ। ਕਿਉਂਕਿ ਇੱਕ ਪਾਸੇ ਇਹ ਕਾਤਲ ਇਹ ਵਿਭਚਾਰੀ ਜੇਲ੍ਹ ਵਿੱਚ ਬੰਦ ਹੈ, ਇਹਨੂੰ ਵਾਰ-ਵਾਰ ਰਿਹਾਈ ਦਿੱਤੀ ਜਾ ਰਹੀ ਹੈ, ਪੈਰੋਲ ਦਿੱਤੀ ਜਾ ਰਹੀ ਹੈ। ਦੂਜੇ ਪਾਸੇ ਸਿੱਖ ਜੁਝਾਰੂ ਬੰਦੀ ਸਿੰਘ ਨੇ ਜਿਨ੍ਹਾਂ ਨੂੰ 30-32 ਸਾਲ ਜੇਲ੍ਹਾਂ ਵਿੱਚ ਬੰਦ ਬੈਠਿਆਂ ਨੂੰ ਹੋ ਗਏ ਨੇ, ਉਹਨਾਂ ਨੂੰ ਕਿਸੇ ਕਿਸਮ ਦੀ ਰਿਹਾਈ ਸਰਕਾਰਾਂ ਦੇ ਵੱਲੋਂ ਨਹੀਂ ਦਿੱਤੀ ਜਾ ਰਹੀ। ਇਹ ਸਾਨੂੰ ਹਿੰਦੁਸਤਾਨ ਦੇ ਵਿੱਚ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਔਰ ਸਾਨੂੰ ਸਾਰਿਆਂ ਨੂੰ ਇਹਨੂੰ ਬਾਰ-ਬਾਰ ਪੈਰੋਲ ਦੇ ਕੇ ਸਾਨੂੰ ਸਾਰਿਆਂ ਨੂੰ ਇਹ ਨੀਵਾਂ ਦਿਖਾਉਣ ਦੀ ਸਰਕਾਰਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਹ ਸਰਾਸਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।
ਜੇਲ੍ਹਾਂ ਵਿੱਚ ਬੈਠੇ ਹੋਏ ਬੰਦੀ ਸਿੰਘਾਂ ਦੀ ਵੀ ਸਰਕਾਰ ਨੂੰ ਤੁਰੰਤ ਰਿਹਾਈ ਕਰਨੀ ਚਾਹੀਦੀ ਹੈ। ਇਸੇ ਤਰ੍ਹਾਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਵੀ ਤਿੱਖੇ ਸਵਾਲ ਚੁੱਕੇ ਨੇ। ਰਾਮ ਰਹੀਮ ਨੂੰ ਵਾਰੀ-ਵਾਰੀ ਮਿਲਦੀ ਪੈਰੋਲ ਬਾਰੇ ਦੱਸਿਆ ਕਿ ਪੰਜਾਬ ਦੇ ਏਜੀ ਤੇ ਹਰਿਆਣਾ ਦੇ ਏਜੀ ਤੋਂ ਕਹਿੰਦੇ ਮੈਂ ਕਾਨੂੰਨੀ ਜਾਣਕਾਰੀ ਵੀ ਲਈ ਹੈ। ਰਾਮ ਰਹੀਮ ਨੂੰ ਕਾਨੂੰਨ ਦੇ ਮੁਤਾਬਿਕ ਪੈਰੋਲ ਦਿੱਤੀ ਜਾ ਸਕਦੀ ਹੈ, ਪਰ ਇੱਥੇ ਕਹਿੰਦੇ ਸਾਡੇ ਸਿੱਖ ਕੈਦੀਆਂ ਦੇ ਨਾਲ ਇੰਨਾ ਵਿਤਕਰਾ ਕਿਉਂ ਹੈ। ਇਹ ਜਿਹੜਾ ਕਹਿੰਦੇ ਕੈਦੀ ਹੈ ਖੁੰਖਾਰ ਅਪਰਾਧੀ ਹੈ, ਇਹੋ ਜਿਹੇ ਨੂੰ ਪੈਰੋਲ ਨਹੀਂ ਮਿਲਣੀ ਚਾਹੀਦੀ ਕਿਉਂਕਿ ਇਹ ਗਵਾਹਾਂ ਨੂੰ ਮੁਕਰਾ ਸਕਦਾ ਹੈ, ਉਹਨਾਂ ਨੂੰ ਡਰਾ ਧਮਕਾ ਵੀ ਸਕਦਾ ਹੈ ਜੇਲੋਂ ਬਾਹਰ ਆ ਕੇ। ਇਸ ਕਰਕੇ ਸਰਕਾਰ ਨੂੰ ਤਾਂ ਨਿੱਜੀ ਤੌਰ ਤੇ ਇਸ ਦੀ ਪੈਰੋਲ ਤੇ ਪਾਬੰਦੀ ਲਾਉਣੀ ਚਾਹੀਦੀ ਹੈ। ਕਹਿੰਦੇ ਸਰਕਾਰ ਹਰਿਆਣੇ ਦੀ ਕਹਿ ਰਹੀ ਹੈ ਕਿ ਹਾਰਡਕੋਰ ਕ੍ਰਿਮੀਨਲ ਨਹੀਂ ਹੈ, ਤਾਂ ਕਹਿੰਦੇ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਹਾਰਡਕੋਰ ਕ੍ਰਿਮੀਨਲ ਫਿਰ ਕੌਣ ਹੈ? ਕੀ ਸਾਡੇ ਸਿੱਖ ਨੇ ਜਿਨ੍ਹਾਂ ਨੇ ਆਪਣੇ ਹੱਕਾਂ ਦੀ ਰਾਖੀ ਕੀਤੀ ਹੈ, ਆਪਣੇ ਹੀ ਨਹੀਂ ਦੂਜਿਆਂ ਦੇ ਹੱਕਾਂ ਦੀ ਵੀ ਰਾਖੀ ਕੀਤੀ ਹੈ। ਰਾਮ ਰਹੀਮ ਦੀ ਪੈਰੋਲ ਤੇ ਮਰਹੂਮ ਪੱਤਰਕਾਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਵੀ ਸਖਤ ਇਤਰਾਜ਼ ਜਤਾਇਆ ਕਿ ਇੱਕ ਬਲਾਤਕਾਰੀ ਨੂੰ ਇੰਜ ਖੁੱਲੀ ਛੁੱਟੀ ਦੇ ਕੇ ਲੋਕਾਂ ਨੂੰ ਹਾਈ ਕੋਰਟ ਸੁਪਰੀਮ ਕੋਰਟ ਜਾਣ ਲਈ ਕਹਿ ਦਿੱਤਾ ਜਾਂਦਾ ਹੈ। ਇਸ ਕ੍ਰਿਮੀਨਲ ਨੂੰ ਫਾਇਦਾ ਪਹੁੰਚਾਉਣ ਲਈ ਸਰਕਾਰ ਨੇ ਜਿਵੇਂ ਕਾਨੂੰਨ 'ਚ ਸੋਧ ਕੀਤੀ, ਉਸ ਤੋਂ ਬਾਅਦ ਕਹਿੰਦੇ ਸਰਕਾਰ ਵਾਰੀ-ਵਾਰੀ ਕਹਿ ਰਹੀ ਹੈ ਕਿ ਰਾਮ ਰਹੀਮ ਦਾ ਪੈਰੋਲ ਤੇ ਕਾਨੂੰਨੀ ਹੱਕ ਬਣਦਾ ਹੈ, ਜੇ ਕਿਸੇ ਨੂੰ ਤਕਲੀਫ ਹੈ ਤਾਂ ਉਹ ਅਦਾਲਤਾਂ ਦੇ ਵਿੱਚ ਚਲਾ ਜਾਵੇ। ਐਸਜੀਪੀਸੀ ਨੇ ਵੀ ਸਖਤ ਇਤਰਾਜ਼ ਜਤਾਇਆ ਹੈ। ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਖ ਇਹ ਤਾਂ ਸਮਝ ਹੀ ਚੁੱਕੇ ਨੇ ਕਿ ਉਹਨਾਂ ਦੇ ਲਈ ਦੇਸ਼ ਦਾ ਕਾਨੂੰਨ ਕੁਝ ਹੋਰ ਹੈ। ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ, ਪਰ ਇਹੋ ਜਿਹੇ ਅਪਰਾਧੀਆਂ ਨੂੰ ਪੈਰੋਲ ਤੇ ਪੈਰੋਲ ਦਿੱਤੀ ਜਾ ਰਹੀ ਹੈ। ਉਸ ਦੀ ਪੈਰੋਲ ਦੇ ਲਈ ਕਾਨੂੰਨ ਵਿੱਚ ਸੋਧ ਤੱਕ ਕਰ ਦਿੱਤੀ ਗਈ ਹੈ। ਜਦੋਂ ਜਨਵਰੀ ਮਹੀਨੇ ਦੇ ਵਿੱਚ ਸੌਦਾ ਸਾਧ ਨੂੰ ਪੈਰੋਲ ਮਿਲੀ ਸੀ, ਉਦੋਂ ਵੀ ਹਰਿਆਣਾ ਸਰਕਾਰ ਸ਼ੱਕ ਦੇ ਘੇਰੇ ਵਿੱਚ ਆਈ ਸੀ। ਐਸਜੀਪੀਸੀ ਵੀ ਇਸ ਪੈਰੋਲ ਦੇ ਖਿਲਾਫ ਅਦਾਲਤ ਪਹੁੰਚੀ ਸੀ, ਪਰ ਸੁਣਵਾਈ ਹੁੰਦੀ ਰਹੀ। ਉਦੋਂ ਤੱਕ ਰਾਮ ਰਹੀਮ ਫਿਰ ਪੈਰੋਲ ਖਤਮ ਹੋਣ ਤੇ ਜੇਲ੍ਹ ਦੇ ਵਿੱਚ ਚਲਾ ਗਿਆ ਸੀ। ਐਸਜੀਪੀਸੀ ਨੇ ਰਾਮ ਰਹੀਮ ਦੀ ਪੈਰੋਲ ਦਾ ਸਖਤ ਇਤਰਾਜ਼ ਜਤਾਉਂਦਿਆਂ ਕਿਹਾ ਕਿ ਜੇ ਕਤਲ ਤੇ ਬਲਾਤਕਾਰ ਦੇ ਦੋਸ਼ੀਆਂ ਨੂੰ ਵਾਰ-ਵਾਰ ਪੈਰੋਲ ਮਿਲ ਸਕਦੀ ਹੈ ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ। ਰਾਮ ਰਹੀਮ ਦੀ ਪੈਰੋਲ ਦਾ ਸ਼੍ਰੋਮਣੀ ਅਕਾਲੀ ਦਲ ਨੇ ਵੀ ਵਿਰੋਧ ਕੀਤਾ ਹੈ। ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਡਿਫਾਲਟਰ ਬਾਬਾ ਹੈ, ਉਹਨੂੰ ਅੰਦਰ ਹੀ ਰੱਖਣਾ ਚਾਹੀਦਾ ਹੈ। ਐਵੇਂ ਉਹਨੂੰ ਛੱਡ ਦਿੰਦੇ ਨੇ, ਜਿਹੜੇ ਛੱਡਦੇ ਨੇ ਉਹਨਾਂ ਨੂੰ ਹੀ ਜਾ ਕੇ ਸਵਾਲ ਪੁੱਛੋ। ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛਿਆ ਤਾਂ ਮਜੀਠੀਆ ਨੇ ਜਵਾਬ ਦਿੱਤਾ, ਮੈਂ ਤਾਂ ਪਹਿਲਾਂ ਤੋਂ ਹੀ ਕਿਹਾ ਜੀ ਡਿਫਾਲਟਰ ਬਾਬਾ ਨੂੰ ਅੰਦਰ ਬੰਦ ਕਰਕੇ ਰੱਖਿਆ ਕਰੋ, ਇਹ ਐਵੇਂ ਛੱਡ ਦਿੰਦੇ ਆ। ਹੁਣ ਜਿਹੜੇ ਛੱਡਦੇ ਆ ਛਡਾਉਂਦੇ ਆ ਉਹ ਦੱਸ ਸਕਦੇ ਦਾ ਜਵਾਬ ਮੇਰੇ ਤੋਂ ਕਾਹਦਾ ਮੰਗਦੇ। ਸ਼੍ਰੋਮਣੀ ਅਕਾਲੀ ਦਲ ਨੇ ਹੜ੍ਹਾਂ ਦੇ ਹਾਲਾਤਾਂ ਤੇ ਵੀ ਸਰਕਾਰ ਨੂੰ ਇੱਕ ਵਾਰੀ ਫੇਰ ਘੇਰਿਆ। ਮਜੀਠੀਆ ਨੇ ਕਿਹਾ ਕਿ ਜਿਨ੍ਹਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ, ਕੀ ਤੁਸੀਂ ਉਹਨਾਂ ਨੂੰ ਮੁਆਵਜ਼ਾ ਦਿਓਗੇ ਜਾਂ ਫਿਰ ਫੋਟੋਆਂ ਤੱਕ ਹੀ ਸੀਮਿਤ ਰਹੋਗੇ? ਸਰਕਾਰ ਨੂੰ ਸਵਾਲ ਪੁੱਛਿਆ। ਬੰਦੀ ਸਿੰਘਾਂ ਦੇ ਮਾਮਲੇ ਤੇ ਵੀ ਮਾਨ ਸਰਕਾਰ ਨੂੰ ਘੇਰਿਆ ਹੈ। ਵਿਕਰਮ ਸਿੰਘ ਮਜੀਠੀਆ ਨੇ ਮਨੀਪੁਰ ਘਟਨਾ ਬਾਰੇ ਸਖਤ ਸਜ਼ਾ ਦੀ ਮੰਗ ਕਰਦਿਆਂ ਕਿਹਾ ਕਿ ਅਸੀਂ ਇਸ ਘਟਨਾ ਦੇ ਲਈ ਸ਼ਰਮਿੰਦਾ ਹਾਂ। It is one of the most shameful and heinous incidents that have taken place, and we in Shiromani Akali Dal condemn it in the strongest possible form, and strictest of action should be taken. And I have been saying it for a very long time, and I hope you as the fourth pillar of democracy wake up to this, that the situation in Manipur has been on the boil for a very long time. But we've been turning a blind eye. And yesterday's incident would have not happened had there been some more seriousness towards what was happening there. It is sad what has happened. They need to be given capital punishment. ਆਮ ਆਦਮੀ ਪਾਰਟੀ ਦੀ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਹਨਾਂ ਦੀ ਚੁੱਪੀ ਤੇ ਘੇਰਿਆ ਕਿ ਪੀਐਮ ਮੋਦੀ 3 ਮਹੀਨਿਆਂ ਤੋਂ ਚੁੱਪ ਕਿਉਂ ਸਨ। ਪੀਐਮ ਮੋਦੀ ਤੋਂ ਐਫਆਈਆਰ ਜਨਤਕ ਕੀਤੇ ਜਾਣ ਦੀ ਵੀ ਮਾਣੂਕੇ ਨੇ ਮੰਗ ਕੀਤੀ ਅਤੇ ਇਹ ਵੀ ਕਿਹਾ ਕਿ ਤੁਸੀਂ ਵਿਦੇਸ਼ਾਂ ਦੀ ਸੈਰ ਕਰਦੇ ਫਿਰਦੇ ਹੋ, ਪਰ ਕਿ ਤੁਹਾਡੇ ਕੋਲ ਮਣੀਪੁਰ ਜਾਣ ਦਾ ਸਮਾਂ ਨਹੀਂ ਹੈ। ਮਾਣੂਕੇ ਨੇ ਮੀਡੀਆ ਨੂੰ ਵੀ ਅਪੀਲ ਕੀਤੀ ਹੈ ਕਿ ਧੀ ਚਾਹੇ ਮਣੀਪੁਰ ਦੀ ਹੈ, ਸਾਨੂੰ ਉਸ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਤੁਹਾਡੇ ਵਾਸਤੇ ਅਣਜਾਣ ਹੋ ਸਕਦੇ ਆ, ਪਰ ਕੀ ਮੈਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਉੱਥੋਂ ਦੇ ਡੀਜੀਪੀ ਵਾਸਤੇ ਵੀ ਅਣਜਾਣ ਆ, ਉੱਥੋਂ ਦੇ ਲੋਕਾਂ ਵਾਸਤੇ ਵੀ ਅਣਜਾਣ ਆ। ਅੱਜ ਪੂਰਾ ਦੇਸ਼ ਇਸ ਗੱਲ ਦਾ ਜਵਾਬ ਮੰਗ ਰਿਹਾ ਕਿ ਮੁੱਖ ਮੰਤਰੀ ਮਣੀਪੁਰ ਤੇ ਪ੍ਰਧਾਨ ਮੰਤਰੀ ਸਿਰਫ ਚੁੱਪ, ਨਾ ਸਿਰਫ ਆਪ ਚੁੱਪ ਆ, ਆਪ ਮੌਨ ਹੈ, ਨਾਲ ਦੀ ਨਾਲ ਉਹ ਇਸ ਗੱਲ ਦਾ ਵੀ ਪ੍ਰਮਾਣ ਦੇ ਰਹੇ ਆ ਕਿ ਉਹਨਾਂ ਨੇ ਇੰਟਰਨੈਟ ਬੰਦ ਕਰਤਾ, ਕਿ ਲੋਕਾਂ ਦੀ ਆਵਾਜ਼ ਵੀ ਬੰਦ ਕਰ ਦਿੱਤੀ। ਅੱਜ ਜਿਸ ਗੱਲ ਦੀ ਸਮਾਜ ਦੇ ਵਿੱਚ ਚਿੰਤਾ ਹੈ ਉਹ ਇਸ ਗੱਲ ਦੀ ਹੈ ਕਿ ਪ੍ਰਧਾਨ ਮੰਤਰੀ ਜੀ ਕਹਿ ਰਹੇ ਆ, ਅੱਜ ਸਵੇਰੇ ਸਵੇਰੇ ਉਹਨਾਂ ਨੂੰ ਅਚਾਨਕ ਗੁੱਸਾ ਦਿਖਾਈ ਦਿੱਤਾ ਤੇ ਉਹਨਾਂ ਨੇ ਇੱਕ ਬਿਆਨ ਵੀ ਦਿੱਤਾ
ਕਿ ਇੱਕ FIR ਦਰਜ ਹੋ ਗਈ ਹੈ। ਸਭ ਤੋਂ ਪਹਿਲਾਂ ਤਾਂ ਉਸ FIR ਨੂੰ ਜਨਤਕ ਕਰੋ। ਭਾਰਤ ਸਰਕਾਰ ਨੇ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਕੌਮੀ ਸ਼ਾਹਰਾਹਾਂ ਯਾਨੀ ਕਿ ਰਾਜਮਾਰਗਾਂ ਤੋਂ ਟੋਲ ਪਲਾਜ਼ਿਆਂ ਨੂੰ ਨਿਸ਼ਚਿਤ ਸਮੇਂ ਵਿੱਚ ਹਟਾਉਣ ਦਾ ਕੋਈ ਐਲਾਨ ਨਹੀਂ ਕੀਤਾ ਗਿਆ। ਇਹ ਜਾਣਕਾਰੀ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਲੋਕ ਸਭਾ ਦੇ ਵਿੱਚ ਦਿੱਤੀ, ਜਦੋਂ ਹੇਮੰਤ ਤੁਕਾਰਾਮ ਗੋਡਸੇ, ਗਜਾਨਨ ਕੀਰਤੀਕਰ ਅਤੇ ਕਲਾਬੇਨ ਮੋਹਨਪਾਈ ਡੇਲਕਰ ਨੇ ਲਿਖਤੀ ਸਵਾਲ ਭੇਜਿਆ ਤਾਂ ਉਹਦਾ ਜਵਾਬ ਉਹਨਾਂ ਨੇ ਇਹ ਕਹਿ ਕੇ ਦਿੱਤਾ। ਮੈਂਬਰਾਂ ਨੇ ਪੁੱਛਿਆ ਸੀ ਕਿ ਕੀ ਸਰਕਾਰ ਨੇ ਦੇਸ਼ ਦੇ ਵੱਖ-ਵੱਖ ਹਾਈਵੇਜ਼ ਤੇ ਲੱਗੇ ਟੋਲ ਪਲਾਜ਼ੇ ਨੂੰ ਹਟਾਉਣ ਦਾ ਕੋਈ ਐਲਾਨ ਕੀਤਾ ਹੈ ਤਾਂ ਕੇਂਦਰੀ ਮੰਤਰੀ ਗਡਕਰੀ ਨੇ ਕਿਹਾ ਕਿ ਨਹੀਂ, ਨੈਸ਼ਨਲ ਹਾਈਵੇ ਫੀਸ ਨਿਯਮ 2008 ਦੇ ਮੁਤਾਬਿਕ ਉਪਭੋਗਤਾ ਫੀਸ ਪਲਾਜ਼ਾ ਨੂੰ ਹਟਾਉਣ ਜਾਂ ਬੰਦ ਕਰਨ ਦਾ ਕੋਈ ਉਪਬੰਧ ਨਹੀਂ ਹੈ। ਸੋ ਕੁਝ ਸਮਾਂ ਪਹਿਲਾਂ ਜਿਹੜੀਆਂ ਖਬਰਾਂ ਚੱਲੀਆਂ ਸੀ ਕਿ ਟੋਲ ਪਲਾਜ਼ੇ ਹਟਾ ਦਿੱਤੇ ਜਾਣਗੇ, ਉਹ ਖਬਰਾਂ ਸਹੀ ਨਹੀਂ ਸਨ। ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਮਾਮਲੇ ਦੇ ਵਿੱਚ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਅਤੇ ਬੀਜੇਪੀ ਦੇ MP ਬ੍ਰਿਜ ਭੂਸ਼ਣ ਦੀ ਪੱਕੀ ਜ਼ਮਾਨਤ ਪਟੀਸ਼ਨ ਤੇ ਸ਼ਾਮ ਨੂੰ 4 ਵਜੇ ਤੱਕ ਫੈਸਲਾ ਸੁਰੱਖਿਅਤ ਰੱਖਿਆ ਗਿਆ।